ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਵਿਖੇ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ 13ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਉਸ ਦੇ ਸੰਦਰਭ ਵਿੱਚ ਕੁਝ ਝਲਕੀਆਂ ਇਸ ਹੁਣ ਅਸੀਂ ਪ੍ਰਿੰਸੀਪਲ ਸਰ ਤੋਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਦੀ ਆਗਿਆ ਚਾਹੁੰਦੇ ਹਾਂ। ਸਰ ਆਗਿਆ। ਮੈਂ ਅਨੁਦੀਪ ਨੂੰ ਰਿਕੁਐਸਟ ਕਰਦੀ ਹਾਂ ਕਿ ਆਪਣਾ ਥੋਟ ਲੈ ਕੇ ਆਉਣ। To principal sir, teachers and all my dear friends. Today I, Anudeep, is going to deliver a thought on Voters' Day. When we vote, our values put into action and our voices are heard. Your voice is a reminder that you matter because you do and you deserve to be heard. ਜਦੋਂ ਅਸੀਂ ਵੋਟ ਪਾਉਂਦੇ ਹਾਂ ਤਾਂ ਸਾਡੀਆਂ ਕਦਰਾਂ ਕੀਮਤਾਂ ਨੂੰ ਅਮਲ ਵਿੱਚ ਲਿਆਂਦਾ ਜਾਂਦਾ ਹੈ ਅਤੇ ਸਾਡੀਆਂ ਆਵਾਜ਼ਾਂ ਨੂੰ ਸੁਣਿਆ ਜਾਂਦਾ ਹੈ। ਥੈਂਕ ਯੂ। ਥੈਂਕਸ ਅਨੁਦੀਪ। ਵੇਚੇ ਇੱਕ ਵੀ ਵੋਟ ਬਿਨ ਵੇਚੇ ਇੱਕ ਵੀ ਵੋਟ ਸੱਚੀ ਸਰਕਾਰ ਬਣਾਵਾਂਗੇ। ਕੀ ਕੀਮਤ ਹੁੰਦੀ ਵੋਟਰ ਦੀ, ਕੀ ਕੀਮਤ ਹੁੰਦੀ ਵੋਟਰ ਦੀ, ਲੀਡਰਾਂ ਨੂੰ ਦਰਸਾਵਾਂਗੇ। ਹੁਣ ਮੈਂ ਸਵੀਪ ਦੇ ਨੋਡਲ ਆਫੀਸਰ ਪ੍ਰੋਫੈਸਰ ਰਣਜੀਤ ਸਿੰਘ ਸਰ ਜੀ ਨੂੰ ਰਿਕੁਐਸਟ ਕਰਦੀ ਹਾਂ ਕਿ ਉਹ ਸਵੀਪ ਬਾਰੇ ਸਾਨੂੰ ਜਾਣਕਾਰੀ ਦੇਣ। ਬਾਬਾ ਸ਼ੇਖ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਮੁਕੱਦਸ ਧਰਤ 'ਤੇ ਸਥਾਪਿਤ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਦੇ ਵਿੱਚ ਅੱਜ ਦੇ 13ਵੇਂ ਰਾਸ਼ਟਰੀ ਵੋਟਰ ਦਿਵਸ ਦੇ ਵਿੱਚ ਬਹੁਤ ਹੀ ਸਤਿਕਾਰਤ ਕਾਲਜ ਦੇ ਪ੍ਰਿੰਸੀਪਲ ਜਗਦੀਪ ਸਿੰਘ ਜੀ, ਡਾਕਟਰ ਕਮਲਦੀਪ ਸਿੰਘ, ਸਮੂਹ ਸਟਾਫ ਮੈਂਬਰਸ ਅਤੇ ਸਾਡੇ ਅਧਿਆਪਕ ਬਣਨ ਜਾ ਰਹੇ ਬਹੁਤ ਹੀ ਪਿਆਰੇ ਵਿਦਿਆਰਥੀਓ, ਅੱਜ 25 ਜਨਵਰੀ 2023 ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹੁਕਮਾਂ ਦੀ ਤਾਲੀਮ ਕਰਦੇ ਹੋਏ ਮੁੱਖ ਚੋਣ ਅਫਸਰ ਪੰਜਾਬ ਦੀ ਰਹਿਨੁਮਾਈ ਹੇਠ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ 13ਵਾਂ ਰਾਸ਼ਟਰੀ ਵੋਟਰ ਨੂੰ ਆਪਾਂ ਮਤਦਾਤਾ ਵੀ ਕਹਿੰਦੇ ਹਾਂ, 13ਵਾਂ ਰਾਸ਼ਟਰੀ ਮਤਦਾਤਾ ਦਿਵਸ ਜਿਹੜਾ ਹੈ ਉਹ ਅੱਜ ਕਾਲਜ ਦੇ ਵਿਖੇ ਮਨਾਇਆ ਜਾ ਰਿਹਾ ਹੈ। ਇਸ 2023 ਰਾਸ਼ਟਰੀ ਮਤਦਾਤਾ ਦਿਵਸ ਦਾ ਜਿਹੜਾ ਥੀਮ ਹੈ ਉਹ ਹੈ ਨਥਿੰਗ ਲਾਈਕ ਵੋਟਿੰਗ, ਆਈ ਵੋਟ ਫਾਰ ਸ਼ੋਰ। ਕਿ ਵੋਟ ਤੋਂ ਬਿਨਾਂ ਕੋਈ ਹੋਰ ਚੀਜ਼ ਮੈਨੂੰ ਜਿਹੜੀ ਆ ਉਹ ਪਸੰਦ ਨਹੀਂ ਹੈ ਅਤੇ ਮੈਂ ਵੋਟ ਜਿਹੜੀ ਹੈ ਉਹ ਸ਼ੋਰ ਜਿਹੜੀ ਹੈ ਉਹ ਕਰਨੀ ਹੈ ਆਪਣੀ ਅਤੇ ਨਾਲ ਦੀ ਨਾਲ ਆਪਣੇ ਪਰਿਵਾਰਕ ਮੈਂਬਰਾਂ ਦੀ, ਆਪਣੇ ਸੁਸਾਇਟੀ ਦੇ ਮੈਂਬਰਾਂ ਦੀ, ਆਪਣੇ ਸਮਾਜ ਦੀ, ਸਾਰਿਆਂ ਦੀ ਵੋਟ ਜਿਹੜੀ ਹੈ ਉਸ ਨੂੰ ਵੀ ਅੱਜ ਦੇ ਦਿਨ ਜਿਹੜਾ ਹੈ ਇੱਕ ਨਵੇਂ ਵੋਟਰਾਂ ਨੂੰ ਵੋਟ ਦੀ ਮਹੱਤਤਾ ਨੂੰ ਦੱਸਣ ਦੇ ਲਈ ਇੱਕ ਐਪਿਕ ਕਿੱਟ ਵੀ ਜਿਹੜੀਆਂ ਨੇ ਉਹ ਅੱਜ ਜਿਹੜੀਆਂ ਹਨ ਉਹ ਦਿੱਤੀਆਂ ਜਾਣੀਆਂ ਨੇ। ਪਿਆਰੇ ਵਿਦਿਆਰਥੀਓ, ਹਰੇਕ ਸਾਲ ਇਹ ਜਿਹੜਾ ਸਮਾਗਮ ਹੈ ਸਾਰੇ ਪ੍ਰਾਂਤਾਂ ਵਿੱਚ ਵੀ ਮਨਾਇਆ ਜਾਂਦਾ ਹੈ। ਉਸ ਤੋਂ ਨਾਲ ਇੱਕ ਜਿਹੜਾ ਸਾਡਾ ਸਭ ਤੋਂ ਵੱਡਾ ਸਮਾਗਮ ਹੁੰਦਾ ਹੈ ਉਹ ਰਾਸ਼ਟਰੀ ਲੈਵਲ ਦਾ ਸਮਾਗਮ ਜਿਹੜਾ ਹੈ ਉਹ ਨਵੀਂ ਦਿੱਲੀ ਵਿਖੇ ਮਨਾਇਆ ਜਾਂਦਾ ਹੈ। ਇਸ ਸਮਾਗਮ ਦਾ ਜਿਹੜਾ ਮੇਨ ਏਮ ਹੈ, ਮੁੱਖ ਉਦੇਸ਼ ਹੈ, ਉਹ ਇਹ ਹੈ ਕਿ ਆਪਣੇ ਵੋਟਰਾਂ ਨੂੰ ਆਪਣੀ ਵੋਟ ਦੀ ਹੱਕ ਬਾਰੇ ਜਾਣੂ ਕਰਾਉਣਾ, ਵੋਟ ਦੀ ਅਸਲੀ ਜਾਣਕਾਰੀ ਜਿਹੜੀ ਹੈ ਉਹ ਦੇਣਾ, ਵੋਟਰਾਂ ਨੂੰ ਉਤਸ਼ਾਹਿਤ ਕਰਨਾ ਕਿ ਬਿਨਾਂ ਕਿਸੇ ਡਰ ਭੈ ਦੇ ਆਪਣੀ ਵੋਟ ਜਿਹੜੀ ਹੈ ਉਸ ਨੂੰ ਜ਼ਰੂਰ ਪਾਉਣਾ ਹੈ। 5 ਸਾਲਾਂ ਵਿੱਚ ਇੱਕ ਵਾਰ ਮੌਕਾ ਮਿਲਦਾ ਹੈ ਜਦੋਂ ਸਾਡੇ ਹੱਥ ਵਿੱਚ ਇੱਕ ਬੜੀ ਵੱਡੀ ਚੀਜ਼ ਹੁੰਦੀ ਹੈ ਜਿਸ ਤੋਂ ਅਸੀਂ ਇੱਕ ਰਿਜ਼ਲਟ 'ਤੇ ਇੱਕ ਨਿਰਣੇ 'ਤੇ ਪਹੁੰਚਣਾ ਹੁੰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਸਰਕਾਰ ਜਿਹੜੀ ਹੈ ਉਹ ਚਾਹੁੰਦੇ ਹਾਂ। ਸੋ ਖਾਸ ਕਰ ਸਾਡੇ ਜਿਹੜੇ ਨੌਜਵਾਨ ਵੋਟਰ ਹਨ ਉਹਨਾਂ ਨੂੰ ਇਸ ਦੇ ਲਈ ਉਤਸ਼ਾਹਿਤ ਕਰਨਾ, ਚੋਣ ਪ੍ਰਕਿਰਿਆ ਦੇ ਵਿੱਚ ਪ੍ਰਭਾਵਸ਼ਾਲੀ ਭਾਗੀਦਾਰੀ ਜਿਹੜੀ ਹੈ। And I am a student of B.Ed second year. Today I feel honored that I got a golden opportunity
to speak about the importance of celebrating National Voters' Day. The theme of the National Voters' Day of 2023 is making election inclusive, accessible and participative. So, I am here with the speech. National Voters' Day is celebrated on 25th January every year in India. This day is celebrated to encourage young voters to participate in the voting process. India got the right to franchisee overnight, whereas they are not companion to understand the importance of vote. Country like England got this opportunity after a struggle of 700 years, and they know the importance of vote. So the main aim to celebrate this day is to highlight the importance of voting. So every single vote is valuable. No voter should be left behind. The voting is a basic process that helps to form a country's government. In the last, I would like to say your one vote has the power to build a new India. Thanks and have a nice day. ਮੁਕਾਬਲੇ ਦੇ ਜੱਜ ਹਨ ਪ੍ਰੋਫੈਸਰ ਰਣਜੀਤ ਸਿੰਘ, ਪ੍ਰੋਫੈਸਰ ਬੀਰਿੰਦਰ ਸਰ। ਪੋਸਟਰ ਮੁਕਾਬਲੇ ਦੇ ਜਿਹੜੇ ਜੱਜ ਹਨ ਉਹਨਾਂ ਦਾ ਨੇਮ ਨੇ ਪ੍ਰੋਫੈਸਰ ਸੰਦੀਪ ਸਿੰਘ, ਪ੍ਰੋਫੈਸਰ ਬੀਰਿੰਦਰ ਸਿੰਘ। ਹਾਂਜੀ। ਜ਼ਿੰਦਾ ਰਹੋ ਚਾਹੇ ਜਾਨ ਜਾਵੇ, ਜ਼ਿੰਦਾ ਰਹੋ ਚਾਹੇ ਜਾਨ ਜਾਵੇ, ਵੋਟ ਉਸ ਨੂੰ ਦੇਵੋ ਜੋ ਕੰਮ ਆਵੇ। ਹੁਣ ਮੈਂ ਓਂਕਾਰ ਨੂੰ ਰਿਕੁਐਸਟ ਕਰਦੀ ਹਾਂ ਕਿ ਉਹ ਸਟੇਜ ਤੇ ਆਉਣ ਤੇ ਆਪਣਾ ਵਿਚਾਰ ਪੇਸ਼ ਕਰਨ। ਮੇਰੇ ਵੱਲੋਂ ਓਮਕਾਰ ਸਿੰਘ B.Ed ਫਸਟ ਈਅਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਵੋਟ ਦੀ ਮਹੱਤਤਾ। ਜੇ ਗੱਲ ਵੋਟ ਦੀ ਮਹੱਤਤਾ ਦੀ ਕਰੀਏ, ਸਭ ਤੋਂ ਪਹਿਲਾਂ ਗੱਲ ਕਰੀਏ ਰਾਜੇ ਮਹਾਰਾਜਿਆਂ ਦੇ ਸਮੇਂ ਦੀ। ਰਾਜਾ ਮਹਾਰਾਜਿਆਂ ਦੇ ਸਮੇਂ ਵਿੱਚ ਪ੍ਰਜਾ ਕੋਲੇ ਕੋਈ ਵੀ ਅਧਿਕਾਰ ਨਹੀਂ ਸੀ ਕਿ ਉਹ ਆਪਦਾ ਪਸੰਦ ਦਾ ਰਾਜਾ ਚੁਣ ਸਕਣ। ਉਸ ਸਮੇਂ ਪਿਤਾ ਪੁਰਖੀ ਰਾਜੇ ਰਾਜ ਕਰਦੇ ਸਨ। ਭਾਵੇਂ ਉਹ ਰਾਜਾ ਯੋਗ ਹੈ ਜਾਂ ਅਯੋਗ, ਪ੍ਰਜਾ ਨੂੰ ਖਿੜੇ ਮੱਥੇ ਉਸ ਨੂੰ ਸਵੀਕਾਰ ਕਰਨਾ ਪੈਂਦਾ ਸੀ। ਪਰੰਤੂ ਕਹਿੰਦੇ ਨੇ ਵੀ ਸਮਾਂ ਬਹੁਤ ਬਲਵਾਨ ਹੈ, ਸਮੇਂ ਦੇ ਨਾਲ ਬਹੁਤ ਸਭ ਕੁਝ ਬਦਲ ਜਾਂਦਾ ਹੈ। ਉੱਦਾਂ ਹੀ ਬਦਲਾਅ ਆਇਆ ਸਾਡੇ ਸਮਾਜ ਦੇ ਲੋਕਤੰਤਰ ਵਿੱਚ ਵੀ, ਅਤੇ ਉੱਦਾਂ ਹੀ ਇਹ ਬਦਲਾਅ ਇਸ ਵੋਟ ਪ੍ਰਬੰਧ ਕਰਕੇ ਹੋਇਆ। ਅੱਜ ਸਮੇਂ-ਸਮੇਂ 'ਤੇ ਸਰਕਾਰਾਂ ਬਦਲਦੀਆਂ ਨੇ, ਹਲਕੇ ਦੇ MLA ਬਦਲਦੇ ਨੇ। ਇਹ ਸਿਰਫ ਹੋ ਰਿਹਾ ਹੈ ਲੋਕਾਂ ਦੀ ਵੋਟਾਂ ਦੀ ਤਾਕਤ ਕਰਕੇ। ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ 1951-52 ਦੇ ਵਿੱਚ ਪਹਿਲੀ ਵਾਰ ਲੋਕ ਸਭਾ ਦੀਆਂ ਵੋਟਾਂ ਹੋਈਆਂ, ਪਰੰਤੂ ਅੱਜ ਵੀ ਸਾਨੂੰ ਇਸ ਬਾਰੇ ਗੱਲ ਕਰਨੀ ਪੈ ਰਹੀ ਹੈ ਕਿਉਂਕਿ ਅੱਜ ਵੀ ਸਾਡੇ ਸਮਾਜ ਵਿੱਚ ਇਸ ਬਾਰੇ ਹਜੇ ਜਾਗਰੂਕ ਨਹੀਂ ਹੋਏ। ਅਤੇ ਅੱਜ ਸਾਡੇ ਦੇਸ਼ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਵੋਟ ਬਣੀ ਹੋਈ ਹੈ ਉਹਨਾਂ ਦੀ 100% ਵੋਟ ਨਹੀਂ ਹੁੰਦੀ। 2014 ਦੇ ਵਿੱਚ 16ਵੀਂ ਲੋਕ ਸਭਾ ਚੋਣਾਂ ਹੋਈਆਂ, ਜਿਨ੍ਹਾਂ ਦੇ ਵਿੱਚ ਸਿਰਫ 54.17% ਵੋਟਾਂ ਹੋਈਆਂ। ਅਤੇ ਹਾਜ਼ਰੀਨ, ਅੱਜ 25 ਜਨਵਰੀ ਨੂੰ ਅਸੀਂ ਇਕੱਤਰ ਹੋਏ ਹਾਂ ਰਾਸ਼ਟਰੀ ਵੋਟਰ ਦਿਵਸ 'ਤੇ ਚਰਚਾ ਕਰਨ ਲਈ। ਰਾਸ਼ਟਰੀ ਵੋਟਰ ਦਿਵਸ ਜੋ ਕਿ ਹਰ ਸਾਲ 25 ਜਨਵਰੀ ਨੂੰ ਮਨਾਇਆ ਜਾਂਦਾ ਹੈ, ਇਸ ਦਾ ਮੁੱਖ ਉਦੇਸ਼ ਇਹ ਸੀ ਕਿ ਨਵੇਂ ਵੋਟਰਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਕਿ ਉਹ ਵੋਟ ਪਾ ਕੇ ਆਉਣ। ਆਮ ਜੀਵਨ ਵਿੱਚ ਅਸੀਂ ਦੇਖਦੇ ਹਾਂ ਕਿ ਮਤਦਾਨ ਕਰਨਾ ਮਾਤਾ ਹਨ, ਪਰ ਰਾਸ਼ਟਰ ਦੇ ਨਿਰਮਾਤਾ ਜੇਕਰ ਵੋਟ ਪਾਉਣ ਹੀ ਨਾ ਜਾਣ ਤਾਂ ਰਾਸ਼ਟਰ ਨਿਰਮਾਣ ਹੋਵੇਗਾ ਕਿਵੇਂ? ਇਹ ਜਨਸੰਖਿਆ ਆਪਣੀ ਵੋਟ ਪਾਉਣ ਦੀ ਸੰਖਿਆ ਦਿਨੋਂ ਦਿਨ ਘਟਦੀ ਜਾ ਰਹੀ ਸੀ। ਇਸੇ ਨੂੰ ਵਧਾਉਣ ਲਈ, ਯੁਵਾਵਾਂ ਨੂੰ ਪ੍ਰੇਰਿਤ ਕਰਨ ਲਈ ਇਸ ਦਿਨ ਦਾ ਆਯੋਜਨ ਕੀਤਾ ਗਿਆ। ਪੁਰਾਣੇ ਸਮਿਆਂ ਵਿੱਚ ਕੋਈ VOTING ਸਿਸਟਮ ਤਾਂ ਹੁੰਦਾ ਨਹੀਂ ਸੀ। ਉਦੋਂ ਹੁੰਦਾ ਸੀ ਰਾਜੇ ਦਾ ਬੇਟਾ ਰੱਟ ਕੇ ਹਕੂਮਤ ਚਲਾਉਣਾ ਹੁੰਦਾ ਹੈ। ਇਹ ਵੋਟ ਇੱਕ ਆਮ ਇਨਸਾਨ ਨੂੰ ਕੁਝ ਕੁ ਲਾਲਚ ਦੇ ਕੇ ਖਰੀਦ ਲੈਂਦੇ ਹਨ ਤੇ ਵੋਟਰ ਵੀ ਆਪਣਾ ਵੋਟ ਅੱਖਾਂ ਬੰਦ ਕਰਕੇ, ਅੱਖਾਂ ਉੱਪਰ ਕਾਲੀ ਪੱਟੀ ਬੰਨ੍ਹ ਕੇ ਉਹਨਾਂ ਲਾਲਚੀਆਂ ਦਾ ਹੱਥ ਫੜ ਲੈਂਦੇ ਹਨ ਜਿਨ੍ਹਾਂ ਦਾ ਸਹਾਰਾ ਕੁਰਸੀ ਉੱਪਰ ਬੈਠਣ ਤੱਕ ਹੀ ਮਿਲਦਾ ਹੈ। ਇਹੀ ਕਾਰਨ ਹੈ ਕਿ ਅਸੀਂ ਖੁਦ ਹੀ ਜਾਣੇ ਅਣਜਾਣੇ 'ਚ ਦੇਸ਼ ਦਾ ਤੇ ਮਨੁੱਖ ਦਾ ਵਿਕਾਸ ਲਾਲਚੀਆਂ ਤੇ ਭ੍ਰਿਸ਼ਟਾਚਾਰ ਹਵਾਲੇ ਕਰਕੇ ਆਪ ਬੇਸਹਾਰੇ ਜੀਵਨ ਗੁਜ਼ਾਰਨ 'ਚ ਮਜਬੂਰ ਹੋ ਜਾਂਦੇ ਹਾਂ। ਇਹ ਸਭ ਸੰਭਵ ਹੀ ਨਹੀਂ ਜੇਕਰ ਅਸੀਂ ਸੋਚ ਸਮਝ ਕੇ ਕਦਮ ਚੁੱਕੀਏ, ਬਿਨਾਂ ਲਾਲਚ ਤੇ ਸਹੀ ਨਿਰਪੱਖ ਚੁਣੀਏ। ਵੋਟਰ ਆਪਣੇ ਵੋਟ ਦੀ ਕੀਮਤ ਜ਼ਰੂਰ ਸਮਝਣ। ਇੱਕ ਵੋਟਰ ਕੀ ਨਹੀਂ ਕਰ ਸਕਦਾ
ਜੇਕਰ ਇੱਕ ਵੋਟ ਨੇਤਾ ਨੂੰ ਜਿਤਾ ਸਕਦੀ ਹੈ ਤੇ ਇੱਕ ਵੋਟ ਨੇਤਾ ਨੂੰ ਹਰਾ ਵੀ ਸਕਦੀ ਹੈ। ਸਾਨੂੰ ਜ਼ਰੂਰਤ ਹੈ ਆਪਣੇ ਅੰਦਰ ਝਾਤ ਮਾਰਨ ਦੀ, ਇਹੀ ਪਰਖਣ ਦੀ ਜ਼ਰੂਰਤ ਹੈ ਕਿ ਕਿਸ ਨੇਤਾ ਦੀ ਸਰਕਾਰ ਹੋਣੀ ਚਾਹੀਦੀ ਹੈ, ਨਾ ਕਿ ਕਿਹੜਾ ਨੇਤਾ ਚੰਗਾ ਖਰੀਦਦਾਰ ਹੈ। ਵੈਸੇ ਅੱਜ ਮੈਂ ਉਹੀ ਕਹਿ ਰਹੀ ਹਾਂ ਜੋ ਮੈਂ ਹਰ ਇਲੈਕਸ਼ਨ ਸਮੇਂ ਤੇ ਇਲੈਕਸ਼ਨ ਤੋਂ ਬਾਅਦ ਦੇਖਦੀ ਹਾਂ। ਸਿਰਫ ਮੈਂ ਹੀ ਕਿਉਂ, ਹੋਰ ਵੀ ਇਸ ਗੱਲ ਤੋਂ ਅਣਜਾਣ ਨਹੀਂ। ਉਹ ਸਮਝਦੇ ਹਨ ਕਿ ਅਸੀਂ ਕੁਝ ਨਹੀਂ ਕਰ ਸਕਦੇ, ਇਹ ਗਲਤ ਹੈ। ਅਸੀਂ ਦੇਸ਼ ਨੂੰ ਬਦਲ ਸਕਦੇ ਹਾਂ, ਦੁਨੀਆ ਬਦਲ ਸਕਦੇ ਹਾਂ। ਸਤਿਕਾਰਯੋਗ ਪ੍ਰਿੰਸੀਪਲ ਸਰ, ਵਾਈਸ ਪ੍ਰਿੰਸੀਪਲ ਸਰ, ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਓ, ਮੈਂ ਮਨਿੰਦਰਜੀਤ ਕੌਰ BA ਭਾਗ ਦੂਜਾ ਦੀ ਵਿਦਿਆਰਥਣ ਅੱਜ ਤੁਹਾਡੇ ਸਾਹਮਣੇ ਭਾਸ਼ਣ ਲੈ ਕੇ ਪੇਸ਼ ਹਾਂ। ਮੈਂ ਭਾਸ਼ਣ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕੁਝ ਲਾਈਨਾਂ ਨਾਲ ਕਰਨਾ ਚਾਹੁੰਦੀ ਹਾਂ। ਜਨ ਜਨ ਜਗਾਉਣਾ ਹੈ, ਜਨ ਜਨ ਜਗਾਉਣਾ ਹੈ, ਮਤਦਾਨ ਕਰਾਉਣਾ ਹੈ। ਭਾਰਤ ਵਿੱਚ ਹਰ ਸਾਲ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਂਦਾ ਹੈ। ਰਾਸ਼ਟਰੀ ਵੋਟਰ ਦਿਵਸ ਹਰ ਸਾਲ ਇੱਕ ਵਿਸ਼ੇਸ਼ ਥੀਮ ਨਾਲ ਮਨਾਇਆ ਜਾਂਦਾ ਹੈ। 25 ਜਨਵਰੀ ਭਾਰਤੀ ਚੋਣ ਕਮਿਸ਼ਨ ਦਾ ਸਥਾਪਨਾ ਦਿਵਸ ਹੈ ਜੋ ਸਨ 1950 ਈਸਵੀ ਵਿੱਚ ਹੋਂਦ ਵਿੱਚ ਆਇਆ। ਇਹ ਦਿਨ ਪਹਿਲੀ ਵਾਰ 2011 ਦੇ ਵਿੱਚ ਮਨਾਇਆ ਗਿਆ ਸੀ। ਇਹ ਵੋਟ ਦੀ ਮਹੱਤਤਾ ਅਤੇ ਹਰ ਇੱਕ ਨੂੰ ਵੋਟ ਨੂੰ ਉਜਾਗਰ ਕਰਨ ਲਈ ਮਨਾਇਆ ਜਾਂਦਾ ਹੈ। ਇਹ ਨਾ ਸਿਰਫ ਨੌਜਵਾਨਾਂ ਦੀ ਰਾਜਨੀਤਿਕ ਵਿੱਚ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦਾ ਹੈ, ਬਲਕਿ ਇਸ ਗੱਲ 'ਤੇ ਵੀ ਜ਼ੋਰ ਦਿੰਦਾ ਹੈ ਕਿ ਵੋਟ ਪਾਉਣ ਦਾ ਅਧਿਕਾਰ ਅਮਰੀਕੀ ਸੰਵਿਧਾਨ ਦੁਆਰਾ ਸੁਰੱਖਿਅਤ ਇੱਕ ਬੁਨਿਆਦੀ ਆਜ਼ਾਦੀ ਹੈ। ਅੱਜ ਰਾਸ਼ਟਰੀ ਵੋਟਰ ਦਿਵਸ 2023 ਹੈ। ਇਹ ਦਿਨ ਲੋਕਾਂ ਨੂੰ ਵੋਟ ਦੀ ਕੀਮਤ ਬਾਰੇ ਜਾਗਰੂਕ ਕਰਨ ਅਤੇ ਚੋਣ ਪ੍ਰਕਿਰਿਆ ਦੇ ਅਧਿਕਾਰ, ਲੋਕਾਂ ਨੂੰ ਮੁੱਦਿਆਂ ਅਤੇ ਸਪਸ਼ਟੀਕਰਨਾਂ ਬਾਰੇ ਸਰਕਾਰ ਤੋਂ ਸਵਾਲ ਕਰਨ ਦਾ ਅਧਿਕਾਰ ਦਿੰਦਾ ਹੈ। ਇਸ ਦੇ ਨਾਲ ਹੀ ਨਾਗਰਿਕ ਕਿਸੇ ਅਜਿਹੇ ਵਿਅਕਤੀ ਦੀ ਚੋਣ ਕਰ ਸਕਦੇ ਹਨ ਜਿਨ੍ਹਾਂ ਦੇ ਵਿਚਾਰ ਉਹਨਾਂ ਦੇ ਵਿਚਾਰਾਂ ਨਾਲ ਮੇਲ ਖਾਂਦੇ ਹਨ। ਚੋਣਾਂ ਲੋਕਾਂ ਲਈ ਆਪਣੀ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਨ ਦਾ ਇੱਕ ਵਧੀਆ ਮੌਕਾ ਹੈ। ਸੋ ਅੰਤ ਵਿੱਚ ਮੈਂ ਕਹਾਂਗੀ, ਤੁਹਾਡੇ ਵੋਟ ਨਾਲ ਆਵੇਗਾ ਬਦਲਾਅ, ਤੁਹਾਡੇ ਵੋਟ ਨਾਲ ਆਵੇਗਾ ਬਦਲਾਅ। ਸਮਾਜ ਸੁਧਰੇਗਾ, ਘੱਟ ਹੋਵੇਗਾ ਤਣਾਅ। ਸਮਾਜ ਸੁਧਰੇਗਾ, ਘੱਟ ਹੋਵੇਗਾ ਤਣਾਅ। ਧੰਨਵਾਦ। ਹੌਸਲਾ ਕੀਤਾ ਏ ਸੱਚੀ ਗੱਲ ਕਹਿਣ ਦਾ, ਹੌਸਲਾ ਕੀਤਾ ਏ ਸੱਚੀ ਗੱਲ ਕਹਿਣ ਦਾ, ਆ ਗਿਆ ਏ ਵੇਲਾ ਲੋਕੋ ਹੱਕ ਲੈਣ ਦਾ। ਪਿੰਡ ਵਿੱਚ ਰਹਿ ਕੇ ਇੱਜ਼ਤ ਕਮਾਈ ਦੀ, ਪਿੰਡ ਵਿੱਚ ਰਹਿ ਕੇ ਇੱਜ਼ਤ ਕਮਾਈ ਦੀ। ਓਏ ਨਸ਼ਿਆਂ ਦੇ ਸਿਰ ਤੇ ਨਹੀਂ ਵੋਟ ਪਾਈ ਦੀ, ਨਸ਼ਿਆਂ ਦੇ ਸਿਰ ਤੇ ਨਹੀਂ ਵੋਟ ਪਾਈ ਦੀ। ਔਰ ਅੱਜ ਤੁਹਾਡੇ ਸਾਹਮਣੇ ਭਾਸ਼ਣ ਲੈ ਕੇ ਹਾਜ਼ਰ ਹਾਂ। 25 ਜਨਵਰੀ 1950 ਨੂੰ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਹੋਈ ਸੀ। ਇਸੇ ਕਾਰਨ ਸਾਡੇ ਮੁਲਕ ਵਿੱਚ 25 ਜਨਵਰੀ ਨੂੰ ਕੌਮੀ ਦਿਵਸ ਵੋਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਹਾੜਾ ਮਨਾਉਣ ਦੀ ਸ਼ੁਰੂਆਤ 25 ਜਨਵਰੀ 2011 ਨੂੰ ਭਾਰਤੀ ਚੋਣ ਕਮਿਸ਼ਨ ਦੇ ਡਾਇਮੰਡ ਜੁਬਲੀ ਸਮਾਰੋਹ ਦੇ ਸਮਾਪਤੀ ਸਮਾਗਮ ਸਮੇਂ ਕੀਤੀ ਗਈ ਸੀ। ਵੋਟਰ ਦਿਵਸ ਮਨਾਉਣ ਦਾ ਮਕਸਦ ਵੋਟਾਂ ਦੀ ਮਹੱਤਤਾ ਸੰਬੰਧੀ ਜਾਗਰੂਕ ਕਰਨਾ ਹੈ। ਭਾਰਤ ਇੱਕ ਗਣਤੰਤਰ ਦੇਸ਼ ਹੈ। ਇੱਕ ਗਣਤੰਤਰ ਦੇਸ਼ ਦੇ ਵਿੱਚ ਵੋਟਿੰਗ ਅਤੇ ਚੋਣਾਂ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੀਆਂ ਹਨ। ਵੋਟਿੰਗ ਦਾ ਮਤਲਬ ਕਿ ਲੋਕ ਆਪਦੇ ਹੱਕ ਨਾਲ ਉਮੀਦਵਾਰ ਨੂੰ ਚੁਣ ਸਕਦੇ ਹਨ। ਸੋ ਇੱਕ ਗਣਤੰਤਰ ਦੇਸ਼ ਦੇ ਵਿੱਚ ਵੋਟਾਂ ਨੂੰ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਯਾਦ ਕਰੋ ਉਹ ਸਮਾਂ ਜਦੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਸਿਰਫ ਇੱਕ ਵੋਟ ਕਾਰਨ ਆਪਣੀ ਸਰਕਾਰ ਬਣਾਉਣ ਵਿੱਚ 18 ਸਾਲ ਦੀ ਉਮਰ ਕਰ ਲਈ ਪਾਰ, 18 ਸਾਲ ਦੀ ਉਮਰ ਕਰ ਲਈ ਪਾਰ, ਸਰਕਾਰ ਬਣਾਉਂਦੇ ਹੋ ਤੁਸੀਂ ਭਾਗੀਦਾਰ। ਆਪਣਾ ਕੀਮਤੀ ਵੋਟ ਜ਼ਰੂਰ ਦੇਣਾ, ਇਹ ਪਹਿਲਾ ਮੌਕਾ ਗਵਾ ਨਾ ਦੇਣਾ, ਇਹ ਪਹਿਲਾ ਮੌਕਾ ਗਵਾ ਨਾ ਦੇਣਾ। ਧੰਨਵਾਦ। ਥੈਂਕ ਯੂ ਸੋ ਮਚ ਪਰਨੀਤ। ਮੈਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਬੱਚਿਆਂ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ, ਤਿਆਰੀ ਦੇ ਨਾਲ ਆਏ ਹਨ ਬੱਚੇ। ਇਸ ਵੋਟਰ ਦਿਵਸ ਮਨਾਉਣ ਦੇ 2-3 ਮੁੱਖ ਕਾਰਨ ਨੇ ਜਿਨ੍ਹਾਂ ਬਾਰੇ ਗੱਲ ਨਹੀਂ ਹੋਈ ਕਰਨੀ ਚਾਹੀਦੀ ਹੈ ਕਿ ਜਿਵੇਂ ਜਿਵੇਂ ਅਸੀਂ ਪੜ੍ਹਦੇ ਜਾ ਰਹੇ ਹਾਂ, ਸਾਡੇ ਪੜ੍ਹੇ ਲਿਖੇ ਲੋਕ ਵੋਟ ਪਾਉਣ ਨਹੀਂ ਜਾਂਦੇ। ਮੋਹਾਲੀ ਦੇ ਵਿੱਚ, ਲੁਧਿਆਣੇ ਦੇ ਵਿੱਚ ਉਹ ਨਗਰ ਮੁਹੱਲੇ ਜਿੱਥੇ ਬਹੁਤ ਪੜ੍ਹੇ ਲਿਖੇ ਲੋਕ ਰਹਿੰਦੇ ਹੈ, ਪੰਜਾਬ ਦੇ ਵਿੱਚ ਸਭ ਤੋਂ ਘੱਟ ਵੋਟਾਂ ਪੈਂਦੀਆਂ। ਦੂਸਰੀ ਗੱਲ, ਵੋਟਰ ਦਿਵਸ ਮਨਾਉਣ ਦਾ ਮੰਤਵ ਇਹ ਹੈ ਕਿ ਸਾਡੇ ਵਿਦਿਆਰਥੀਆਂ ਵਿੱਚ, ਆਮ ਲੋਕਾਂ ਵਿੱਚ ਵੋਟਾਂ ਦਾ ਮਹੱਤਵ ਜਿਹੜਾ ਹੈ ਉਸ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਕਿ ਅਸੀਂ ਪੈਸਾ ਨਹੀਂ ਲੈਣਾ, ਕਿਸੇ ਤੋਂ ਨਸ਼ੇ ਦੀ ਬੋਤਲ ਲੈ ਕੇ ਵੋਟ ਨਹੀਂ ਪਾਉਣੀ, ਕਿਸੇ ਵੀ ਗੱਲ ਦੇ ਥੱਲੇ ਨਹੀਂ ਲੱਗਣਾ। ਭਾਵ ਜਾਤ ਪਾਤ, ਫਿਰਕਾ ਪ੍ਰਸਤੀ, ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ
ਅਸੀਂ ਸਹੀ ਚੋਣ ਕਰਕੇ ਜਿਹੜਾ ਵੀ ਸਾਡਾ ਨੁਮਾਇੰਦਾ ਖੜਾ ਹੈ ਉਸ ਦੇ ਗੁਣ ਦੇਖ ਕੇ ਤੁਸੀਂ ਵੋਟ ਪਾਉਣੀ ਹੈ। ਸੋ ਇਸ ਕਰਕੇ ਇਹਨਾਂ ਗੱਲਾਂ ਲਈ ਹੀ ਵੋਟਰ ਦਿਵਸ ਮਨਾਇਆ ਜਾਣਾ ਸ਼ੁਰੂ ਕੀਤਾ ਹੈ ਭਾਰਤ ਸਰਕਾਰ ਨੇ। ਤੀਸਰੀ ਗੱਲ, ਔਰਤਾਂ ਦੇ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਔਰਤਾਂ ਜਿਸ ਤਰ੍ਹਾਂ ਉਹਨਾਂ ਨੂੰ ਘਰ ਦੇ ਕਹਿ ਦਿੰਦੇ ਨੇ, ਮੰਨ ਲਓ ਪਿਤਾ ਨੇ ਕਹਿ ਦਿੱਤਾ, ਫਿਰ ਪਤੀ ਨੇ ਕਹਿ ਦਿੱਤਾ, ਫਿਰ ਬੇਟੇ ਨੇ ਕਹਿ ਦਿੱਤਾ, ਉਹ ਵੋਟ ਪਾ ਆਉਂਦੇ ਆ। ਪਰੰਤੂ ਔਰਤਾਂ ਦੀ ਵੋਟਰਾਂ ਦੀ ਪ੍ਰਤੀਸ਼ਤ ਵੀ ਉਨੀ ਹੈ ਜਿੰਨੀ ਕਿ ਮਰਦਾਂ ਦੀ ਹੈ। ਸੋ ਇਸ ਕਰਕੇ ਲੜਕੀਆਂ ਨੂੰ ਸੁਚੇਤ ਹੋ ਕੇ ਵੋਟ ਪਾਉਣੀ ਚਾਹੀਦੀ ਹੈ। ਖਾਸ ਕਰਕੇ ਭਾਰਤ ਵਿੱਚ ਅੱਜ ਵੀ ਰਾਜਨੀਤੀ ਵਿੱਚ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ। ਬੜੀ ਵਾਰ ਇਹ ਗੱਲ ਹੋਈ ਹੈ ਕਿ 33% ਦਾ ਮਤਾ ਪਾਸ ਹੋਵੇ, ਪਰ ਨਹੀਂ ਹੋਇਆ। ਸੋ ਜੇਕਰ ਇਸਤਰੀ ਵੋਟਰਸ ਵੱਧ ਤੋਂ ਵੱਧ ਵੋਟਾਂ ਪਾਉਣਗੇ ਆਪਣੀ ਮਰਜ਼ੀ ਨਾਲ, ਤਾਂ ਮੈਨੂੰ ਲੱਗਦਾ ਵੀ ਭਵਿੱਖ ਵਿੱਚ ਕੁਝ ਆਸ ਬਣਦੀ ਹੈ। ਕਿਉਂਕਿ ਹੁਣ ਤੱਕ ਜਿੰਨਾ ਵੀ ਰਾਜ ਕੀਤਾ ਨਾ ਉਹ ਮਰਦਾਂ ਨੇ ਕੀਤਾ ਹੈ। ਮੈਨੂੰ ਇਹ ਲੱਗਦਾ ਵੀ ਜੇ ਇਸਤਰੀਆਂ ਨੇ ਕਦੇ ਰਾਜ ਕੀਤਾ ਹੁੰਦਾ ਤਾਂ ਸ਼ਾਇਦ ਹੋ ਸਕਦਾ ਵੀ ਇਸ ਤਰ੍ਹਾਂ ਦੀਆਂ ਲੜਾਈਆਂ, ਇਸ ਤਰ੍ਹਾਂ ਦੀ ਕਰਪਸ਼ਨ ਨਾ ਹੁੰਦੀ ਜਿੰਨੀ ਕਿ ਮਰਦਾਂ ਦੇ ਰਾਜ ਵਿੱਚ ਹੋਈ ਹੈ। ਰਾਜੇ ਸਾਰੇ ਮਰਦ ਸਨ, ਬਹੁਤ ਥੋੜ੍ਹੀਆਂ ਰਾਣੀਆਂ ਦਾ ਜ਼ਿਕਰ ਮਿਲਦਾ ਹੈਗਾ ਜਿਨ੍ਹਾਂ ਨੇ ਰਾਜ ਕੀਤਾ। ਸੋ ਉਸ ਦੇ ਵਿੱਚੋਂ ਅਸੀਂ ਲੋਕਤੰਤਰ ਵਿੱਚ ਆਏ ਹਾਂ ਅਤੇ ਅੱਜ ਦਾ ਦਿਨ ਜਿਹੜਾ ਹੈ ਇਸ ਨੂੰ ਅਸੀਂ ਮਨਾ ਰਹੇ ਹਾਂ। ਇਸ ਸੰਸਥਾ ਲਈ, ਸਾਡੇ ਲਈ, ਸਾਰਿਆਂ ਲਈ ਮਾਣ ਦੀ ਗੱਲ ਹੈ। ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤਾਂਤਰਿਕ ਪਰੰਪਰਾਵਾਂ ਨੂੰ ਬਣਾਏ ਰੱਖਾਂਗੇ ਅਤੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ ਨਿਡਰ ਹੋ ਕੇ ਧਰਮ, ਵਰਗ, ਜਾਤੀ ਸਮੁਦਾਇ, ਭਾਸ਼ਾ ਜਾਂ ਕਿਸੇ ਹੋਰ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਸਾਰੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਾਂਗੇ। ਧੰਨਵਾਦ ਬਹੁਤ ਬਹੁਤ ਸਾਰਿਆਂ ਦਾ। ਹੁਣ